ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ SST ਮਾਸਟਰ ਕੇਡਰ ਦੀ ਇੱਕ ਨਵੀਂ ਕਲਾਸ ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਲੋਧੀ ਡਾਇਨੈਸਟੀ ਬਾਰੇ ਇੱਕ ਫੈਕਟ ਪੂਰੇ ਡਿਟੇਲ ਦੇ ਵਿੱਚ ਕਵਰ ਕਰਾਂਗੇ, ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ। ਇੱਕ ਵੀ ਫੈਕਟ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੀਆਂ SST ਮਾਸਟਰ ਕੇਡਰ ਦੀਆਂ ਕਈ ਕਲਾਸਿਸ ਆਲਰੇਡੀ ਅਪਲੋਡ ਹੋ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ ਆਪਾਂ ਹਰ ਇੱਕ ਫੈਕਟ ਨੂੰ, ਹਰ ਇੱਕ ਟੌਪਿਕ ਨੂੰ ਪੂਰੇ ਡਿਟੇਲ ਦੇ ਵਿੱਚ ਕਵਰ ਕੀਤਾ ਹੈ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਪਲੇਲਿਸਟ ਦੇ ਵਿੱਚ ਜਾਓ, ਉੱਥੇ ਤੁਹਾਨੂੰ ਆਲ ਸਬਜੈਕਟਸ ਦੀਆਂ ਵੀਡੀਓਜ਼ ਸੀਰੀਜ਼ ਵਾਈਜ਼ ਲੱਗੀਆਂ ਮਿਲ ਜਾਣਗੀਆਂ, ਜਾ ਕੇ ਦੇਖ ਸਕਦੇ ਹੋ ਅਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਲੋਧੀ ਡਾਇਨੈਸਟੀ ਬਾਰੇ ਪੂਰੇ ਡਿਟੇਲ ਦੇ ਵਿੱਚ ਇੱਕ ਫੈਕਟ ਕਵਰ ਕਰਨ ਜਾ ਰਹੇ ਹਾਂ। ਤਾਂ ਸੈਸ਼ਨ ਨੂੰ ਐਂਡ ਤੱਕ ਜ਼ਰੂਰ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੀ ਪਹਿਲੀ ਸਲਾਈਡ ਦੇ ਨਾਲ। ਇਸ ਤੋਂ ਪਹਿਲਾਂ ਆਪਾਂ ਲੋਧੀ ਡਾਇਨੈਸਟੀ ਤੋਂ ਪਹਿਲਾਂ ਜਿਹੜੀ ਡਾਇਨੈਸਟੀ ਆਪਾਂ ਪੜ੍ਹ ਕੇ ਆਏ ਹਾਂ ਉਹਦਾ ਨਾਮ ਸੀ ਸੈਯਦ ਡਾਇਨੈਸਟੀ। ਠੀਕ ਹੈ ਜੀ। ਸੈਯਦ ਡਾਇਨੈਸਟੀ ਦਾ ਜਿਹੜਾ ਫਾਊਂਡਰ ਸੀ ਉਹਦਾ ਨਾਮ ਸੀਗਾ ਖਿਜਰ ਖਾਨ। ਠੀਕ ਹੈ ਜੀ। ਤਾਂ ਖਿਜਰ ਖਾਨ ਬਾਰੇ ਵੀ ਆਪਾਂ ਪੜ੍ਹ ਕੇ ਆਏ ਹਾਂ। ਤਾਂ ਉਸ ਟਾਈਮ 'ਤੇ ਜਿਹੜਾ ਮੰਗੋਲ ਸੀਗੇ, ਮੰਗੋਲਾਂ ਦਾ ਮਤਲਬ ਜਿਹੜਾ ਸੀ ਆਪਾਂ ਕਹਿ ਸਕਦੇ ਹਾਂ ਕਿ ਹਮਲਾ ਹੋ ਗਿਆ ਸੀ। ਤਾਂ ਕਰਕੇ ਜਿਹੜਾ ਨਾਸਿਰੁਦੀਨ ਮਹਿਮੂਦ ਸ਼ਾਹ ਸੀ ਉਹ ਗੱਦੀ ਛੱਡ ਕੇ ਭੱਜ ਗਿਆ ਸੀ, ਅਤੇ ਖਿਜ਼ਰ ਖਾਨ ਜਿਹੜਾ ਉਹਦਾ ਕਮਾਂਡਰ ਸੀ ਉਹਨੇ ਮਤਲਬ ਸੈਯਦ ਡਾਇਨੈਸਟੀ ਦੀ ਸਥਾਪਨਾ ਕਰ ਦਿੱਤੀ ਸੀ। ਬਟ ਜਿਹੜਾ ਖਿਜ਼ਰ ਖਾਨ ਸੀ, ਇਸ ਤੋਂ ਬਾਅਦ ਜਿਹੜੇ ਰੂਲਰ ਆਏ ਉਹ ਸਾਰੇ ਵੀਕ ਸੀ। ਠੀਕ ਹੈ ਜੀ। ਤਾਂ ਲਾਸਟ 'ਤੇ ਜਿਹੜਾ ਆਪਣਾ ਬਾਦਸ਼ਾਹ ਆਉਂਦਾ ਸੈਯਦ ਡਾਇਨੈਸਟੀ ਦਾ, ਉਹਦਾ ਨਾਮ ਹੈ ਮੁਹੰਮਦ ਸ਼ਾਹ। ਠੀਕ ਹੈ ਜੀ। ਤਾਂ ਮੁਹੰਮਦ ਸ਼ਾਹ ਜਿਹੜਾ ਹੈਗਾ, ਇਹ ਲਾਹੌਰ ਦਾ ਗਵਰਨਰ ਸੈੱਟ ਕਰ ਦਿੰਦਾ ਬਹਿਲੋਲ ਲੋਧੀ ਨੂੰ। ਠੀਕ ਹੈ ਜੀ। ਮੁਹੰਮਦ ਸ਼ਾਹ ਇੱਕ ਮਤਲਬ ਇੱਕ ਜ਼ਿਆਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਕੈਪੇਬਲ ਰੂਲਰ ਨਹੀਂ ਸੀ, ਕਮਜ਼ੋਰ ਰੂਲਰ ਸੀ। ਤਾਂ ਮੁਹੰਮਦ ਸ਼ਾਹ ਨੇ ਬਹਿਲੋਲ ਲੋਧੀ ਨੂੰ ਜਿਹੜਾ ਉਹ ਗਵਰਨਰ ਸੈੱਟ ਕਰਤਾ ਸੀ ਸਰਹੰਦ ਦਾ। ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਤਾਂ ਸਰਹੰਦ ਦਾ ਜਿਹੜਾ ਗਵਰਨਰ ਇਹ ਬਹਿਲੋਲ ਲੋਧੀ ਪਹਿਲਾਂ ਸਰਹੰਦ ਦਾ ਗਵਰਨਰ ਰਿਹਾ, ਤਾਂ ਲਾਹੌਰ ਦਾ ਵੀ ਇਹ ਗਵਰਨਰ ਰਿਹਾ, ਇਹ ਵੀ ਤੁਸੀਂ ਯਾਦ ਰੱਖਣਾ। ਤਾਂ ਇੱਥੋਂ ਜ਼ਿਆਦਾ ਕੁਐਸਚਨ ਨਹੀਂ ਪੁੱਛਿਆ ਜਾਂਦਾ, ਬਟ ਤੁਹਾਨੂੰ ਇੰਨਾ ਪਤਾ ਹੋਣਾ ਚਾਹੀਦਾ ਕਿ ਜਿਹੜਾ ਖਿਜ਼ਰ ਖਾਨ ਤੋਂ ਬਾਅਦ ਜਿਹੜਾ ਲਾਸਟ ਰੂਲਰ ਆਇਆ ਸੀਗਾ ਸੈਯਦ ਡਾਇਨੈਸਟੀ ਦਾ, ਉਹਦਾ ਨਾਮ ਸੀ ਮੁਹੰਮਦ ਸ਼ਾਹ, ਜਿਹਦਾ ਕਿ ਗਵਰਨਰ ਸੀਗਾ ਬਹਿਲੋਲ ਲੋਧੀ। ਠੀਕ ਹੈ ਜੀ। ਤਾਂ ਬਹਿਲੋਲ ਲੋਧੀ ਨੂੰ ਪਤਾ ਸੀ ਕਿ ਇਹ ਜ਼ਿਆਦਾ ਕੈਪੇਬਲ ਰੂਲਰ ਨਹੀਂ ਹੈਗਾ, ਤਾਂ ਬਹਿਲੋਲ ਲੋਧੀ ਨੇ ਈਜ਼ੀਲੀ ਉਹਨੂੰ ਡਿਫੀਟ ਕੀਤਾ ਅਤੇ ਆਪਣੀ ਇੱਕ ਨਵੀਂ ਡਾਇਨੈਸਟੀ ਦੀ ਸਥਾਪਨਾ ਕੀਤੀ, ਜਿਹਦਾ ਨਾਮ ਸੀ ਲੋਧੀ ਡਾਇਨੈਸਟੀ। ਠੀਕ ਹੈ ਜੀ। ਤਾਂ ਲੋਧੀ ਡਾਇਨੈਸਟੀ ਦਾ ਟਾਈਮ ਪੀਰੀਅਡ ਤੁਸੀਂ ਜ਼ਰੂਰ ਯਾਦ ਰੱਖਣਾ, 1451 ਤੋਂ ਲੈ ਕੇ 1526 ਈਸਵੀ ਤੱਕ ਇਹਦਾ ਜਿਹੜਾ ਟਾਈਮ ਪੀਰੀਅਡ ਮੰਨਿਆ ਜਾਂਦਾ ਹੈ। ਠੀਕ ਹੈ ਜੀ। ਬਹੁਤ ਇੰਪੋਰਟੈਂਟ ਹੈ, ਤੁਹਾਨੂੰ ਪੁੱਛਿਆ ਜਾ ਸਕਦਾ। ਤਾਂ ਲੋਧੀ ਡਾਇਨੈਸਟੀ ਬਾਰੇ ਅੱਜ ਆਪਾਂ ਪੜ੍ਹਾਂਗੇ। ਲੋਧੀ ਡਾਇਨੈਸਟੀ ਬਾਰੇ ਜ਼ਿਆਦਾ ਕੁਛ ਮਤਲਬ ਪੜ੍ਹਨ ਨੂੰ ਨਹੀਂ ਹੈ, ਜਿੰਨੇ ਵੀ ਫੈਕਟ ਨੇ ਉਹ ਆਪਾਂ ਤੁਹਾਡੇ ਇਸ ਕਲਾਸ ਦੇ ਵਿੱਚ ਕਵਰ ਕਰਵਾ ਦਾਂਗੇ। ਤਾਂ ਜਿਹੜੇ ਆਪਾਂ ਇਹਦੇ ਵਿੱਚ ਫੈਕਟ ਕਵਰ ਕਰਨੇ ਆ ਉਹ ਤੁਸੀਂ ਕਾਪੀ ਪੈਨ ਆਪਣਾ ਨਾਲ ਰੱਖੋ ਅਤੇ ਇਹਨੂੰ ਨੋਟ ਕਰਦੇ ਜਾਓ, ਕਿਉਂਕਿ ਬਹੁਤ ਇੰਪੋਰਟੈਂਟ ਨੇ, ਇੱਥੋਂ ਕੁਐਸਚਨ ਬਣਦੇ ਨੇ। ਸਭ ਤੋਂ ਪਹਿਲਾਂ ਤੁਹਾਨੂੰ ਇਹਦਾ ਫਾਊਂਡਰ ਪੁੱਛਿਆ ਜਾਊਗਾ, ਤਾਂ ਇਹਦਾ ਫਾਊਂਡਰ ਹੈਗਾ ਬਹਿਲੋਲ ਲੋਧੀ, ਜਿਹੜਾ ਕਿ ਸਰਹੰਦ ਦਾ ਗਵਰਨਰ ਰਿਹਾ, ਅਤੇ ਲਾਹੌਰ ਦਾ ਵੀ ਇਹਨੂੰ ਗਵਰਨਰ ਸੈੱਟ ਕੀਤਾ ਹੋਇਆ ਸੀ ਆਪਣੇ ਮੁਹੰਮਦ ਸ਼ਾਹ ਨੇ। ਠੀਕ ਹੈ ਜੀ। ਤਾਂ ਬਸ ਤੁਹਾਨੂੰ ਇੰਨਾ ਪਤਾ ਹੋਣਾ ਚਾਹੀਦਾ ਕਿ ਇਹਦਾ ਫਾਊਂਡਰ ਕੌਣ ਹੈ। ਫਾਊਂਡਰ ਬਹੁਤ ਵਾਰ ਪੁੱਛਿਆ ਗਿਆ, ਤਾਂ ਬਹਿਲੋਲ ਲੋਧੀ, ਲੋਧੀ ਡਾਇਨੈਸਟੀ ਦਾ ਫਾਊਂਡਰ ਹੈ ਬਹਿਲੋਲ ਲੋਧੀ। ਠੀਕ ਹੈ ਜੀ। ਤਾਂ ਮੁਹੰਮਦ ਸ਼ਾਹ ਨੇ ਇੱਕ ਇਹਨੂੰ ਟਾਈਟਲ ਦਿੱਤਾ ਸੀ, ਉਹ ਵੀ ਤੁਸੀਂ ਯਾਦ ਰੱਖਿਓ, ਖਾਨ ਏ ਖਾਨਮ। ਠੀਕ ਹੈ ਜੀ। ਇਹ ਤੁਹਾਨੂੰ ਪੁੱਛਿਆ ਜਾ ਸਕਦਾ, ਕਈ ਵਾਰੀ ਪੁੱਛਿਆ ਵੀ ਗਿਆ, ਖਾਨ ਏ ਖਾਨਮ, ਇਹ ਤੁਸੀਂ ਨੋਟ ਕਰ ਲਿਓ। ਇਹਨੂੰ ਟਾਈਟਲ ਦਿੱਤਾ ਸੀਗਾ ਮੁਹੰਮਦ ਸ਼ਾਹ ਨੇ। ਠੀਕ ਹੈ ਜੀ। ਤਾਂ ਜਿਹੜਾ ਕਿ ਸੈਯਦ ਡਾਇਨੈਸਟੀ ਦਾ ਲਾਸਟ ਮੁਗਲ ਬਾਦਸ਼ਾਹ ਸੀ, ਮੁਗਲ ਨਹੀਂ ਆਪਾਂ ਕਹਿ ਸਕਦੇ, ਸੈਯਦ ਡਾਇਨੈਸਟੀ ਦਾ ਲਾਸਟ ਜਿਹੜਾ ਕਿ ਸੁਲਤਾਨ ਸੀ। ਠੀਕ ਹੈ ਜੀ। ਤਾਂ ਖਾਨ ਏ ਖਾਨਮ ਮਤਲਬ ਇਹਨੂੰ ਟਾਈਟਲ ਦਿੱਤਾ ਸੀ ਬਹਿਲੋਲ ਲੋਧੀ ਨੂੰ ਉਹਨੇ, ਇਹ ਯਾਦ ਰੱਖਣਾ। ਠੀਕ ਹੈ ਜੀ। ਤਾਂ ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਡਾਊਨ ਟੂ ਅਰਥ ਕਿੰਗ, ਰਿਸਪੈਕਟ ਦਾ ਨੋਬਲਸ। ਜਿਹੜਾ ਬਹਿਲੋਲ ਲੋਧੀ ਸੀ ਇਹ ਬਹੁਤ ਡਾਊਨ ਟੂ ਅਰਥ ਬੰਦਾ ਸੀ। ਠੀਕ ਹੈ ਜੀ। ਜਿਹੜੇ ਇਹਦੇ ਨੋਬਲਸ ਹੁੰਦੇ ਸੀ, ਜਿਹੜੇ ਇਹਦੇ ਦਰਬਾਰੀ ਹੁੰਦੇ ਸੀ, ਠੀਕ ਹੈ ਜੀ, ਤਾਂ ਜਿਹੜੇ ਇਹਦੇ ਮਤਲਬ ਦਰਬਾਰ ਦੇ ਵਿੱਚ ਜਿੰਨੇ ਵੀ ਕਵੀ ਹੁੰਦੇ ਸੀ ਜਾਂ ਕੋਈ ਵੀ ਮਤਲਬ ਇਹਦੇ ਮੰਤਰੀ ਹੁੰਦੇ ਸੀ, ਇਹ ਸਾਰਿਆਂ ਨਾਲ ਬਹੁਤ ਰਿਸਪੈਕਟ ਦੇ ਨਾਲ ਪੇਸ਼ ਆਉਂਦਾ ਸੀ। ਠੀਕ ਹੈ ਜੀ। ਤਾਂ ਬਹੁਤ ਡਾਊਨ ਟੂ ਅਰਥ ਬੰਦਾ ਸੀ, ਸਾਰਿਆਂ ਦੀ ਇਹ ਰਿਸਪੈਕਟ ਕਰਦਾ ਸੀ। ਠੀਕ ਹੈ ਜੀ। ਅਤੇ ਇਹ ਬਹੁਤ ਇੰਪੋਰਟੈਂਟ ਹੈ, ਕਈ ਵਾਰੀ ਪੁੱਛ ਲੈਂਦੇ ਨੇ। ਤਾਂ ਇਹਨੇ ਜਿਹੜਾ ਇੱਥੋਂ ਤੁਹਾਨੂੰ ਕੰਮ ਪੁੱਛਿਆ ਜਾਊ ਕਿ ਇਹਨੇ ਕੰਮ ਕੀ ਕੀਤਾ, ਕਿਉਂਕਿ ਕੁਐਸਚਨ ਕਿੱਥੋਂ ਬਣਦਾ ਹੁੰਦਾ, ਜਿਹੜਾ ਕੋਈ ਇਹਨਾਂ ਨੇ ਫੇਮਸ ਕੋਈ ਬਿਲਡਿੰਗ ਬਣਾਈ ਹੋਵੇ ਜਾਂ ਕੋਈ ਕਰੰਸੀ ਇਹਨਾਂ ਨੇ ਲਾਂਚ ਕੀਤੀ ਹੋਵੇ, ਤਾਂ ਉੱਥੋਂ ਕੁਐਸਚਨ ਆਪਾਂ ਨੂੰ ਬਣਦਾ ਹੁੰਦਾ। ਤਾਂ ਇੱਕ ਬਹਿਲੋਲੀ ਕੋਇਨ ਲਾਂਚ ਕੀਤਾ ਸੀ, ਇਹ ਤੁਸੀਂ ਯਾਦ ਰੱਖਣਾ। ਬਹਿਲੋਲੀ ਕੋਇਨ ਕਿਹਨੇ ਲਾਂਚ ਕੀਤਾ ਸੀ, ਤਾਂ ਇਹਦੇ ਨਾਮ ਤੋਂ ਹੀ ਪਤਾ ਚੱਲਦਾ ਬਹਿਲੋਲ ਲੋਧੀ ਨੇ। ਠੀਕ ਹੈ ਜੀ। ਤਾਂ ਬਹੁਤ ਇੰਪੋਰਟੈਂਟ ਹੈ, ਇਹ ਤੁਸੀਂ ਫੈਕਟ ਹੈ ਜਿਹੜਾ ਉਹ ਯਾਦ ਰੱਖਣਾ। ਅਗਲਾ ਜਿਹੜਾ ਇਹਦਾ ਫੇਮਸ ਸੁਲਤਾਨ ਹੈ ਉਹਦਾ ਨਾਮ ਹੈ ਸਿਕੰਦਰ ਲੋਧੀ, ਜਿੱਥੋਂ ਕਿ ਕੁਐਸਚਨ ਤੁਹਾਨੂੰ ਅਕਸਰ ਹੀ ਪੁੱਛੇ ਜਾਂਦੇ ਨੇ। ਠੀਕ ਹੈ ਜੀ।
ਤਾਂ SST ਮਾਸਟਰ ਕੇਡਰ ਦੀ ਜੇਕਰ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਆਪਣੀ ਇੱਕ ਵੀ ਕਲਾਸ ਤੁਸੀਂ ਮਿਸ ਨਾ ਕਰਿਓ। ਆਪਾਂ ਐਂਸ਼ੀਅੰਟ ਹਿਸਟਰੀ ਤੋਂ ਚੱਲੇ ਹਾਂ ਤੇ ਹੁਣ ਆਪਾਂ ਮਿਡੀਵਲ ਹਿਸਟਰੀ ਦੇ ਵਿੱਚ ਹਾਂ ਤੇ ਇਸ ਤੋਂ ਬਾਅਦ ਆਪਾਂ ਮਾਡਰਨ ਹਿਸਟਰੀ ਦੇ ਵਿੱਚ ਜਾਵਾਂਗੇ। ਤਾਂ ਇੱਕ ਇੱਕ ਕਲਾਸ ਆਪਣੀ ਤੁਸੀਂ ਇੱਕ ਵੀ ਕਲਾਸ ਮਿਸ ਨਾ ਕਰਿਓ, ਤੁਹਾਨੂੰ ਬਹੁਤ ਕੰਮ ਦੇਣਗੀਆਂ ਇਹ ਕਲਾਸਾਂ ਜੇਕਰ ਤੁਸੀਂ SST ਮਾਸਟਰ ਕੇਡਰ ਦੇ ਵਿੱਚੋਂ ਸਕੋਰ ਕਰਨਾ ਚਾਹੁੰਦੇ ਹੋ। ਤਾਂ ਜਿਹੜਾ ਸਿਕੰਦਰ ਲੋਧੀ ਹੈ ਇਹ ਸੈਕੰਡ ਰੂਲਰ ਹੈ, ਠੀਕ ਹੈ ਜੀ। ਸਭ ਤੋਂ ਪਹਿਲਾਂ ਇਹਦਾ ਫਾਊਂਡਰ ਹੈ ਬਹਿਲੋਲ ਲੋਧੀ। ਬਹਿਲੋਲ ਲੋਧੀ ਤੋਂ ਬਾਅਦ ਜਿਹੜਾ ਅਗਲਾ ਸੁਲਤਾਨ ਆਉਂਦਾ ਹੈ ਉਹਦਾ ਨਾਮ ਹੈ ਸਿਕੰਦਰ ਲੋਧੀ, ਜਿਹੜਾ ਕਿ ਬਹੁਤ ਫੇਮਸ ਹੈ ਤੇ ਜਿਹਦੇ ਵਿੱਚੋਂ ਕੁਐਸਚਨ ਅਕਸਰ ਹੀ ਆਪਾਂ ਨੂੰ ਬਣਦੇ ਨੇ। ਕੁਐਸਚਨ ਕਿੱਥੋਂ ਬਣਦਾ ਹੈ? ਇਹਨਾਂ ਨੇ ਇੱਕ ਸ਼ਹਿਰ ਦੀ ਸਥਾਪਨਾ ਕੀਤੀ ਸੀ ਜਿਹਦਾ ਨਾਮ ਹੈ ਆਗਰਾ, ਠੀਕ ਹੈ ਜੀ। ਤਾਂ ਆਗਰੇ ਦੀ ਸਥਾਪਨਾ ਕਿਹਨੇ ਕੀਤੀ ਸੀ? ਸਿਕੰਦਰ ਲੋਧੀ ਨੇ। ਯਾਦ ਰੱਖਣਾ ਕਦੋਂ ਕੀਤੀ ਸੀ? 1504 ਈਸਵੀ ਦੇ ਵਿੱਚ। ਇਹ ਤੁਸੀਂ ਡੇਟ ਵੀ ਯਾਦ ਰੱਖਣੀ ਹੈ। ਤਾਂ 1504 ਈਸਵੀ ਦੇ ਵਿੱਚ ਆਗਰਾ ਸ਼ਹਿਰ ਦੀ ਸਥਾਪਨਾ ਕਿਹਨੇ ਕੀਤੀ ਸੀ? ਸਿਕੰਦਰ ਲੋਧੀ ਨੇ, ਠੀਕ ਹੈ ਜੀ। ਤਾਂ ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਫੈਕਟ ਹੈ, ਹੀ ਬਿਕੇਮ ਆਗਰਾ ਸਿਟੀ ਐਜ਼ ਹਿਜ਼ ਕੈਪੀਟਲ ਇਨ 1506 ਦੇ ਵਿੱਚ ਇਹਨੇ ਜਿਹੜੀ ਆਗਰਾ ਜਿਹੜਾ ਸ਼ਹਿਰ ਹੈ ਇਹਨੂੰ ਆਪਦੀ ਰਾਜਧਾਨੀ ਬਣਾ ਲਿਆ ਸੀ, ਠੀਕ ਹੈ ਜੀ। ਤਾਂ 1504 ਦੇ ਵਿੱਚ ਇਹਦੀ ਸਥਾਪਨਾ ਕੀਤੀ ਹੈ ਤੇ 1506 ਦੇ ਵਿੱਚ ਆਗਰਾ ਸ਼ਹਿਰ ਨੂੰ ਜਿਹੜਾ ਕਿ ਇਹਨੇ ਆਪਣੀ ਰਾਜਧਾਨੀ ਬਣਾ ਲਿਆ ਸੀ। ਇਹ ਬਹੁਤ ਇੰਪੋਰਟੈਂਟ ਫੈਕਟ ਹੈ, ਯਾਦ ਰੱਖਣਾ, ਠੀਕ ਹੈ ਜੀ। ਹੀ ਯੂਜ਼ ਟੂ ਪਲੇ ਵੀਣਾ। ਤਾਂ ਇੱਕ ਤਾਂ ਵੀਣਾ ਆਪਾਂ ਜਾਣਦੇ ਹਾਂ ਕਿ ਜੇਕਰ ਤੁਹਾਨੂੰ ਇਹ ਪੁੱਛਿਆ ਜਾਵੇ ਕਿ ਜਿਹੜੇ ਸਿੱਕੇ ਇੱਕ ਇੰਟਰੋਡਿਊਸ ਹੋਏ ਸੀ, ਸਿੱਕਿਆਂ ਦੇ ਉੱਤੇ ਮਤਲਬ ਕਿ ਵੀਣਾ ਵਜਾਉਂਦੇ ਦੀ ਫੋਟੋ ਹੈ, ਤਾਂ ਉਹ ਕਿਹਦੀ ਹੈ? ਉਹ ਤਾਂ ਹੈਗਾ ਸਮੁੰਦਰ ਗੁਪਤ, ਕਿਉਂਕਿ ਸਮੁੰਦਰ ਗੁਪਤ ਨੇ ਸਭ ਤੋਂ ਪਹਿਲਾਂ ਵੀਣਾ ਨੂੰ ਆਪਾਂ ਕਹਿ ਸਕਦੇ ਹਾਂ ਕਿ ਵੀਣਾ ਦਾ ਸਟਾਰਟਿੰਗ ਕੀਤੀ ਸੀ, ਠੀਕ ਹੈ ਜੀ। ਤਾਂ ਸਮੁੰਦਰ ਗੁਪਤ ਤੁਹਾਨੂੰ ਪੁੱਛਿਆ ਜਾਊਗਾ ਜਿਹਦੀ ਮਤਲਬ ਫੋਟੋ ਹੈਗੀ ਵੀਣਾ ਵਜਾਉਂਦੇ ਦੀ ਸਿੱਕਿਆਂ ਦੇ ਉੱਤੇ, ਠੀਕ ਹੈ ਜੀ। ਉਹ ਤਾਂ ਸਮੁੰਦਰ ਗੁਪਤ ਹੈ। ਤਾਂ ਜੇਕਰ ਤੁਹਾਨੂੰ ਇਹ ਪੁੱਛਿਆ ਜਾਵੇ ਕਿ ਜਿਹੜਾ ਸਿਕੰਦਰ ਲੋਧੀ ਹੈ ਉਹਨੂੰ ਵੀ ਵੀਣਾ ਦਾ ਸ਼ੌਂਕ ਸੀ ਜਾਂ ਨਹੀਂ, ਤਾਂ ਹਾਂ ਉਹਨੂੰ ਵੀਣਾ ਦਾ ਸ਼ੌਂਕ ਸੀ, ਠੀਕ ਹੈ ਜੀ। ਤਾਂ ਇਹ ਵੀ ਪੁੱਛਿਆ ਜਾ ਸਕਦਾ, ਬਹੁਤ ਇੰਪੋਰਟੈਂਟ ਹੈ। ਤਾਂ ਉਹ ਇੱਕ ਵੀਣਾ ਵਾਦਕ ਸੀ, ਵੀਣਾ ਨੂੰ ਬਹੁਤ ਉਹ ਪਸੰਦ ਕਰਦਾ ਸੀ ਜਿਹੜਾ ਕਿ ਸਿਕੰਦਰ ਲੋਧੀ ਸੀ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਫੈਕਟ ਹੈ, ਆ ਲੈਂਡ ਮੇਜਰਮੈਂਟ ਯੂਨਿਟ ਗੱਜ ਏ ਸਿਕੰਦਰੀ। ਇਹ ਪੁੱਛਿਆ ਜਾਊ ਸਾਨੂੰ। ਇਹ ਇੱਕ ਮਤਲਬ ਜ਼ਮੀਨ ਨੂੰ ਮਾਪਣ ਦੇ ਲਈ ਇੱਕ ਇਕਾਈ ਇਹਨੇ ਕੱਢੀ ਸੀ, ਗੱਜ ਏ ਸਿਕੰਦਰੀ, ਠੀਕ ਹੈ ਜੀ। ਇਹ ਇੱਕ ਗੱਜ ਸੀਗਾ ਜਿਹਦੇ ਨਾਲ ਭੂਮੀ ਦੀ ਪੈਮਾਇਸ਼ ਕੀਤੀ ਜਾਂਦੀ ਸੀ। ਤਾਂ ਗੱਜ ਏ ਸਿਕੰਦਰੀ ਕਿਹਨੇ ਲਾਂਚ ਕੀਤਾ ਸੀ? ਸਿਕੰਦਰ ਲੋਧੀ ਨੇ। ਇੱਕ ਤੁਹਾਨੂੰ ਪੁੱਛਿਆ ਜਾਊਗਾ ਸ਼ਾਹੀ ਦਾ ਟਾਈਟਲ। ਇਹ ਪੁੱਛਿਆ ਜਾਂਦਾ ਕਿਉਂਕਿ ਇਹ ਅਲੱਗ-ਅਲੱਗ ਟਾਈਮ 'ਤੇ ਜਿਹੜੇ ਸੁਲਤਾਨ ਸੀ ਉਹ ਟਾਈਟਲ ਐਕਸੈਪਟ ਕਰਦੇ ਸੀ। ਤਾਂ ਇੱਕ ਸ਼ਾਹੀ ਦਾ ਟਾਈਟਲ ਤੁਹਾਨੂੰ ਪੁੱਛ ਸਕਦੇ ਨੇ, ਸਿਕੰਦਰ ਸ਼ਾਹੀ ਵੀ ਇਹਨੂੰ ਕਿਹਾ ਜਾਂਦਾ ਸੀ। ਤਾਂ ਸ਼ਾਹੀ ਦਾ ਟਾਈਟਲ ਜਿਹੜਾ ਐਕਸੈਪਟ ਕੀਤਾ ਸੀ ਉਹ ਕੀਤਾ ਸੀ ਸਿਕੰਦਰ ਲੋਧੀ ਨੇ, ਠੀਕ ਹੈ ਜੀ। ਤਾਂ ਸਿਕੰਦਰ ਸ਼ਾਹੀ ਦੇ ਨਾਮ ਨਾਲ ਵੀ ਇਹਨੂੰ ਜਾਣਿਆ ਜਾਂਦਾ ਸੀ, ਇਹ ਵੀ ਤੁਸੀਂ ਯਾਦ ਰੱਖਣਾ। ਤਾਂ ਇਹ ਵੀ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਹੈ ਜਿਹੜਾ ਕਿ ਲੈਂਡ ਮੇਜਰਮੈਂਟ ਯੂਨਿਟ ਜਿਹੜਾ ਇਹਨੇ ਲਾਂਚ ਕੀਤਾ ਸੀ, ਗੱਜ ਏ ਸਿਕੰਦਰੀ, ਬਹੁਤ ਇੰਪੋਰਟੈਂਟ ਹੈ, ਠੀਕ ਹੈ ਜੀ, ਯਾਦ ਰੱਖਣਾ। ਲੋਧੀ ਡਾਇਨੈਸਟੀ ਦਾ ਜਿਹੜਾ ਲਾਸਟ ਰੂਲਰ ਹੈ ਉਹਦਾ ਨਾਮ ਹੈ ਇਬਰਾਹਿਮ ਲੋਧੀ। ਤਾਂ ਲੋਧੀ ਡਾਇਨੈਸਟੀ ਮਤਲਬ ਇੱਕ ਬਹੁਤ ਛੋਟੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਇਹ ਤਿੰਨ ਜਿਹੜੇ ਫੇਮਸ ਰੂਲਰ ਹੈ ਇਹ ਬਹੁਤ ਫੇਮਸ ਨੇ, ਜਿਨ੍ਹਾਂ ਦੇ ਵਿੱਚੋਂ ਕੁਐਸਚਨ ਪੁੱਛੇ ਜਾਂਦੇ ਨੇ। ਜ਼ਿਆਦਾ ਪੜ੍ਹਨ ਦੀ ਲੋੜ ਨਹੀਂ, ਜ਼ਿਆਦਾ ਇਹਦੇ ਬਾਰੇ ਡਿਟੇਲ ਦੇ ਵਿੱਚ ਜਾਣ ਦੀ ਲੋੜ ਨਹੀਂ, ਠੀਕ ਹੈ ਜੀ। ਜੇ ਤੁਹਾਨੂੰ ਕੁਐਸਚਨ ਆਉਣਾ ਹੋਇਆ ਤਾਂ ਆਪਣੇ ਸੈਸ਼ਨ ਦੇ ਵਿੱਚੋਂ ਤੁਹਾਨੂੰ ਕੁਐਸਚਨ ਪੱਕਾ ਆਊਗਾ, ਠੀਕ ਹੈ ਜੀ। ਇਸ ਤੋਂ ਬਾਹਰ ਕੁਐਸਚਨ ਨਹੀਂ ਆਉਂਦਾ। ਤਾਂ ਇਬਰਾਹਿਮ ਲੋਧੀ ਬਾਰੇ ਆਪਾਂ ਜਾਣਦੇ ਹਾਂ। ਇਹਦੇ ਬਾਰੇ ਤੁਸੀਂ ਜਾਣਦੇ ਹੀ ਹੋ ਕਿ ਜਿਹੜਾ ਪਾਣੀਪਤ ਦੀ ਪਹਿਲੀ ਲੜਾਈ ਹੋਈ ਸੀ ਬਾਬਰ ਤੇ ਇਬਰਾਹਿਮ ਲੋਧੀ ਦੇ ਵਿਚਕਾਰ, ਠੀਕ ਹੈ ਜੀ, ਉਹ ਵੀ ਆਪਾਂ ਇਹਦੇ ਵਿੱਚ ਜਾਣਾਂਗੇ। ਤਾਂ ਇਹ ਲਾਸਟ ਰੂਲਰ ਸੀਗਾ ਲੋਧੀ ਡਾਇਨੈਸਟੀ ਦਾ। ਇਹ ਤੁਹਾਨੂੰ ਪੁੱਛਿਆ ਜਾ ਸਕਦਾ। ਇੱਕ ਤਾਂ ਇਹਦਾ ਫਾਊਂਡਰ ਪੁੱਛਿਆ ਜਾ ਸਕਦਾ, ਫਾਊਂਡਰ ਕੌਣ ਸੀ? ਬਹਿਲੋਲ ਲੋਧੀ। ਸੈਕੰਡ ਰੂਲਰ ਸੀ ਇਹਦਾ ਸਿਕੰਦਰ ਲੋਧੀ, ਅਤੇ ਜਿਹੜਾ ਇਹਦਾ ਲਾਸਟ ਰੂਲਰ ਸੀ ਇਹਦਾ ਨਾਮ ਸੀ ਇਬਰਾਹਿਮ ਲੋਧੀ, ਠੀਕ ਹੈ ਜੀ। ਤਾਂ ਇਬਰਾਹਿਮ ਲੋਧੀ ਇਹ ਬੰਦਾ ਬਹੁਤ ਈਗੋਇਸਟਿਕ ਸੀਗਾ, ਠੀਕ ਹੈ ਜੀ। ਇਹ ਮਤਲਬ ਇੱਕ ਆਪਦੇ ਨੋਬਲ ਦੀ ਰਿਸਪੈਕਟ ਇਹ ਨਹੀਂ ਕਰਦਾ ਸੀ ਇਹ ਬੰਦਾ ਕਦੇ ਵੀ। ਤਾਂ ਇਹ ਲਾਸਟ ਰੂਲਰ ਹੈ ਲੋਧੀ ਡਾਇਨੈਸਟੀ ਦਾ, ਇਹ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਤਾਂ ਦੂਸਰਾ ਜਿਹੜਾ ਪੁਆਇੰਟ ਹੈ, ਹੀ ਵਾਜ਼ ਵੈਰੀ ਈਗੋਇਸਟਿਕ। ਇਹਦੇ ਵਿੱਚ ਬਹੁਤ ਈਗੋ ਸੀ, ਠੀਕ ਹੈ ਜੀ। ਬਹੁਤ ਈਗੋ ਦੇ ਹਿਸਾਬ ਨਾਲ ਇਹ ਚੱਲਦਾ ਸੀ, ਆਪਦੇ ਨੋਬਲਸ ਦੀ ਇਹ ਬਿਲਕੁਲ ਵੀ ਰਿਸਪੈਕਟ ਨਹੀਂ ਕਰਦਾ ਸੀ। ਐਂਡ ਡਿਸਰਿਸਪੈਕਟਫੁਲ ਟੂਵਾਰਡਸ ਹਿਜ਼ ਨੋਬਲਸ, ਠੀਕ ਹੈ ਜੀ। ਜਿਹੜੇ ਇਹਦੇ ਦਰਬਾਰ ਦੇ ਵਿੱਚ ਹੁੰਦੇ ਸੀ ਸਾਰਿਆਂ ਨਾਲ ਇਹ ਬਹੁਤ ਬੁਰਾ ਵਿਵਹਾਰ ਕਰਦਾ ਸੀ ਇਹ ਬੰਦਾ, ਠੀਕ ਹੈ ਜੀ। ਤਾਂ ਜਿਹੜਾ ਇਬਰਾਹਿਮ ਲੋਧੀ ਸੀ, ਇਬਰਾਹਿਮ ਲੋਧੀ ਤੋਂ ਇਹਦੇ ਨੋਬਲਸ ਤਾਂ ਤੰਗ ਆਏ ਹੋਏ ਸੀ, ਜਿਹੜੇ ਮਤਲਬ ਮੰਨ ਲਓ ਜਿਵੇਂ ਕਿ ਇਹ ਦਿੱਲੀ ਦੇ ਤਖਤ 'ਤੇ ਸੀ ਇਬਰਾਹਿਮ ਲੋਧੀ ਸੀ। ਪੰਜਾਬ ਦੇ ਵਿੱਚ ਜਿਹੜਾ ਗਵਰਨਰ ਇਹਨੇ ਸੈੱਟ ਕੀਤਾ ਹੋਇਆ ਸੀ ਦੌਲਤ ਖਾਨ ਲੋਧੀ, ਠੀਕ ਹੈ ਜੀ। ਤਾਂ ਉਹ ਵੀ ਇਹ ਤੋਂ ਬਹੁਤ ਤੰਗ ਸੀ। ਲੋਧੀ ਡਾਇਨੈਸਟੀ ਦੇ ਸਾਰੇ ਸ਼ਾਸਕ ਇਹ ਤੋਂ ਬਹੁਤ ਤੰਗ ਸੀਗੇ ਕਿਉਂਕਿ ਇਹ ਬੰਦਾ ਬਹੁਤ ਮਤਲਬ ਈਗੋਇਸਟਿਕ ਸੀਗਾ, ਤਾਂ ਕਰਕੇ। ਤਾਂ ਇਬਰਾਹਿਮ ਲੋਧੀ ਤੋਂ ਸਾਰੇ ਮਤਲਬ ਤੰਗ ਸੀਗੇ ਲੋਧੀ ਡਾਇਨੈਸਟੀ ਦੇ ਜਿਹੜੇ ਹੋਰ ਰੂਲਰ ਸੀਗੇ, ਠੀਕ ਹੈ ਜੀ। ਤੀਸਰਾ ਜਿਹੜਾ ਆਪਣਾ ਪੁਆਇੰਟ ਹੈ, ਗਵਰਨਰ ਆਫ ਪੰਜਾਬ ਦੌਲਤ ਖਾਨ ਲੋਧੀ ਸੈਂਟ ਹਿਜ਼ ਸਨ ਦਿਲਾਵਰ ਖਾਨ, ਠੀਕ ਹੈ ਜੀ। ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ, ਬਹੁਤ ਡੀਪਲੀ ਪੁਆਇੰਟ ਹੈ, ਤੁਹਾਨੂੰ ਪੁੱਛਿਆ ਜਾ ਸਕਦਾ ਕਿ ਜਿਹੜਾ ਆਪਣੇ ਬਾਬਰ ਨੇ ਹਮਲਾ ਕੀਤਾ। ਇਸ ਤੋਂ ਬਾਅਦ ਆਪਾਂ ਪੜ੍ਹਾਂਗੇ ਮੁਗਲ ਡਾਇਨੈਸਟੀ ਬਾਰੇ, ਮੁਗਲਿਆ ਪੀਰੀਅਡ ਬਹੁਤ ਇੰਪੋਰਟੈਂਟ ਹੈ ਜਿਹੜਾ ਕਿ ਜਿੱਥੋਂ ਕਿ ਹਰ ਵਾਰ ਕੁਐਸਚਨ ਤੁਹਾਨੂੰ ਪੁੱਛੇ ਜਾਂਦੇ ਨੇ। ਤਾਂ ਇਸ ਤੋਂ ਬਾਅਦ ਆਪਣੇ ਮੁਗਲ ਆਉਣਗੇ, ਠੀਕ ਹੈ ਜੀ। ਤਾਂ ਮੰਗੋਲ ਦਾ ਮਤਲਬ ਦੂਸਰਾ ਨਾਮ ਹੀ ਮੁਗਲ ਹੈ, ਠੀਕ ਹੈ ਜੀ। ਤਾਂ ਗਵਰਨਰ ਆਫ ਪੰਜਾਬ ਜਿਹੜਾ ਦੌਲਤ ਖਾਨ ਲੋਧੀ ਸੀਗਾ, ਇਹਦਾ ਬੇਟਾ ਸੀਗਾ ਜਿਹਦਾ ਨਾਮ ਸੀ ਦਿਲਾਵਰ ਖਾਨ। ਇਹ ਤੁਹਾਨੂੰ ਪੁੱਛਿਆ ਜਾ ਸਕਦਾ, ਬਹੁਤ ਡੀਪਲੀ ਇਨਫੋਰਮੇਸ਼ਨ ਹੈ। PPSC ਦੇ ਪੇਪਰਾਂ ਦੇ ਵਿੱਚ ਇਹੋ ਜਿਹੇ ਕੁਐਸਚਨ ਪੁੱਛੇ ਜਾਂਦੇ ਨੇ, ਠੀਕ ਹੈ ਜੀ। ਤਾਂ ਦੌਲਤ ਖਾਨ ਲੋਧੀ ਨੇ ਆਪਣੇ ਬੇਟੇ ਨੂੰ ਭੇਜਿਆ ਸੀ ਦਿਲਾਵਰ ਖਾਨ ਨੂੰ,
ਇਨਵਾਈਟ ਬਾਬਰ। ਕਿਉਂ ਇਨਵਾਈਟ ਕੀਤਾ ਸੀ? ਕਿਉਂਕਿ ਇਹ ਇਬਰਾਹਿਮ ਲੋਧੀ ਤੋਂ ਸਾਰੇ ਤੰਗ ਆਏ ਹੋਏ ਸੀ, ਠੀਕ ਹੈ ਜੀ। ਤਾਂ ਇਹ ਸਾਰੇ ਤੰਗ ਆਏ ਹੋਏ ਸੀ ਇਬਰਾਹਿਮ ਲੋਧੀ ਤੋਂ, ਤਾਂ ਇਸ ਕਰਕੇ ਬਾਬਰ ਨੂੰ ਇਨਵਾਈਟ ਕੀਤਾ ਸੀ ਕਿ ਤੂੰ ਇਬਰਾਹਿਮ ਲੋਧੀ ਦੇ ਉੱਤੇ ਹਮਲਾ ਕਰ ਅਤੇ ਉਹਦਾ ਖਾਤਮਾ ਕਰ, ਠੀਕ ਹੈ ਜੀ। ਤਾਂ ਆਪਣੇ ਬੇਟੇ ਨੂੰ ਇਹਨੇ ਭੇਜਿਆ ਸੀ ਬਾਬਰ ਕੋਲੇ ਉਹਨੂੰ ਇਨਵਾਈਟ ਕਰਨ ਦੇ ਲਈ। ਤਾਂ ਬਾਬਰ ਨੇ ਉਸ ਤੋਂ ਬਾਅਦ ਹਮਲਾ ਕੀਤਾ ਹੈ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਪੜ੍ਹਦੇ ਹਾਂ ਦ ਬੈਟਲ ਆਫ ਪਾਣੀਪਤ, ਜਿਹੜੀ ਫਸਟ ਬੈਟਲ ਹੈ, ਠੀਕ ਹੈ ਜੀ। ਇਹ ਯਾਦ ਰੱਖਿਓ 3 ਬੈਟਲ ਹੋਈਆਂ ਨੇ, 1526, ਇਸ ਤੋਂ ਬਾਅਦ ਹੋਈ ਹੈ 1556, ਜਿਹੜੀ ਕਿ ਹੋਈ ਹੈ ਅਕਬਰ ਅਤੇ ਹੇਮੂ ਦੇ ਵਿਚਕਾਰ, ਠੀਕ ਹੈ ਜੀ। ਅਕਬਰ ਦੀ ਸਾਈਡ ਤੋਂ ਲੜਿਆ ਗਿਆ ਬੈਰਮ ਖਾਨ, ਠੀਕ ਹੈ ਜੀ। ਉਸ ਤੋਂ ਉੱਧਰੋਂ ਲੜਿਆ ਗਿਆ ਦਿੱਲੀ ਦਾ ਬਾਦਸ਼ਾਹ ਹੇਮਚੰਦਰ ਵਿਕਰਮਾਦਿੱਤਿਆ ਹੈ, ਠੀਕ ਹੈ ਜੀ। ਤਾਂ ਇੱਕ ਹੋਈ ਆ 1761 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਅਤੇ ਮਰਾਠਿਆਂ ਦੇ ਵਿਚਕਾਰ, ਜਿਹਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੀ ਜਿੱਤ ਹੋਈ ਹੈ। ਤਾਂ ਇਹ 3 ਲੜਾਈਆਂ ਹੋਈਆਂ ਪਾਣੀਪਤ ਦੀਆਂ। ਤਾਂ ਜਿਹੜੀ ਪਹਿਲੀ ਲੜਾਈ ਹੋਈ ਹੈ ਉਹ ਹੋਈ ਹੈ ਇਬਰਾਹਿਮ ਲੋਧੀ ਅਤੇ ਬਾਬਰ ਦੇ ਵਿਚਕਾਰ, ਕਿਉਂਕਿ ਇਹਨਾਂ ਨੇ ਇਨਵਾਈਟ ਕੀਤਾ ਸੀ ਦੌਲਤ ਖਾਨ ਲੋਧੀ ਦੇ ਬੇਟੇ ਦਿਲਾਵਰ ਖਾਨ ਨੇ ਬਾਬਰ ਨੂੰ। ਤਾਂ ਬਾਬਰ ਨੇ 1526 ਦੇ ਵਿੱਚ ਹਮਲਾ ਕੀਤਾ, ਜਿਹਨੂੰ ਕਿ ਆਪਾਂ ਫਸਟ ਬੈਟਲ ਆਫ ਪਾਣੀਪਤ ਕਹਿੰਦੇ ਹਾਂ। ਤਾਂ ਇਬਰਾਹਿਮ ਲੋਧੀ ਨੂੰ ਇਹਨੇ ਈਜ਼ੀਲੀ ਡਿਫੀਟ ਕਰਤਾ ਸੀ, ਕਿਉਂਕਿ ਬਾਬਰ ਸੀਗਾ ਜਿਹੜਾ ਉਹ ਬੰਦਾ ਇੱਕ ਮਾਡਰਨ, ਉਹਨੂੰ ਮਤਲਬ ਇੱਕ ਲੜਨ ਦਾ ਉਹਨੂੰ ਇੱਕ ਟੈਕਨੀਕ ਬਹੁਤ ਤਕੜੀ ਸੀ ਉਹਦੀ, ਉਹ ਮਾਡਰਨ ਤਰੀਕੇ ਨਾਲ ਲੜਦਾ ਸੀ। ਉਹਨੇ ਤੋਪਾਂ ਦਾ, ਹਥਿਆਰਾਂ ਦਾ, ਬਰੂਦ ਦਾ ਪਹਿਲੀ ਵਾਰ ਪ੍ਰਯੋਗ ਕੀਤਾ ਸੀ, ਇਹ ਵੀ ਤੁਸੀਂ ਯਾਦ ਰੱਖਣਾ ਬਾਬਰ ਨੇ, ਠੀਕ ਹੈ ਜੀ। ਤਾਂ 1526 ਪਾਣੀਪਤ ਦੀ ਪਹਿਲੀ ਲੜਾਈ ਬਹੁਤ ਇੰਪੋਰਟੈਂਟ ਹੈ, ਹਰ ਵਾਰ ਤੁਹਾਨੂੰ ਪੁੱਛੀ ਜਾਂਦੀ ਹੈ, ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣਾ। ਤਾਂ ਲਾਸਟ ਜਿਹੜਾ ਪੁਆਇੰਟ ਹੈ, ਬਾਬਰ ਡਿਫੀਟ ਇਬਰਾਹਿਮ ਲੋਧੀ ਐਂਡ ਇਸਟੈਬਲਿਸ਼ ਦਾ ਮੁਗਲ ਇੰਪਾਇਰ। ਇਸ ਤੋਂ ਬਾਅਦ ਆਪਾਂ ਪੜ੍ਹਾਂਗੇ ਮੁਗਲ ਇੰਪਾਇਰ ਬਾਰੇ। ਇਹ ਆਪਣੀ ਲਾਸਟ ਡਾਇਨੈਸਟੀ ਸੀ, ਠੀਕ ਹੈ ਜੀ। ਤਾਂ ਜਿਵੇਂ ਮੈਂ ਤੁਹਾਨੂੰ ਸੀਰੀਜ਼ ਵਾਈਜ਼ ਡਾਇਨੈਸਟੀਜ਼ ਪੜ੍ਹਾਈਆਂ ਨੇ, ਤਾਂ ਤੁਸੀਂ ਐਜ਼ ਇਟ ਇਜ਼ ਹੀ ਪੜ੍ਹਨੀਆਂ ਨੇ, ਅਤੇ ਇੱਕ ਇੱਕ ਫੈਕਟ ਜਿਹੜਾ ਤੁਹਾਨੂੰ ਮੈਂ ਕਵਰ ਕਰਵਾਇਆ ਅਤੇ ਜਿਹੜਾ ਮੈਂ ਤੁਹਾਨੂੰ ਬੋਲ ਕੇ ਦੱਸਦਾ ਉਹ ਸਾਰੇ ਤੁਸੀਂ ਕਾਪੀ ਦੇ ਉੱਤੇ ਨੋਟ ਕਰਨੇ ਆ, ਤਾਂ ਕਰਕੇ ਤੁਹਾਡੇ ਵਧੀਆ ਤਰੀਕੇ ਨਾਲ ਤੁਹਾਡੀ ਸਕੋਰਿੰਗ ਹੈ ਜਿਹੜੀ ਉਹ ਹੋ ਸਕੇ, ਠੀਕ ਹੈ ਜੀ। ਤਾਂ ਅੱਜ ਦਾ ਜਿਹੜਾ ਆਪਣਾ ਸੈਸ਼ਨ ਇਹਦਾ ਆਪਾਂ ਇੱਥੇ ਐਂਡ ਕਰਦੇ ਹਾਂ, ਕਿਉਂਕਿ ਅੱਜ ਦਾ ਜਿਹੜਾ ਆਪਣਾ ਇਹ ਟੌਪਿਕ ਹੈ ਇਹ ਬਹੁਤ ਛੋਟਾ ਟੌਪਿਕ ਸੀ। ਤਾਂ ਇਹਦੇ ਵਿੱਚ ਸਾਰੇ ਆਪਾਂ ਫੈਕਟ ਹੈ ਜਿਹੜੇ ਉਹ ਆਪਾਂ ਕਵਰ ਕਰ ਲਏ ਨੇ। ਇਸ ਤੋਂ ਬਾਅਦ ਆਪਾਂ ਪੜ੍ਹਾਂਗੇ ਮੁਗਲੀਆ ਪੀਰੀਅਡ ਬਾਰੇ। ਤਾਂ ਜਿਹੜੀਆਂ ਆਪਣੀਆਂ ਬੈਕ ਟੂ ਬੈਕ ਵੀਡੀਓਜ਼ ਨੇ ਉਹ ਆਉਂਦੀਆਂ ਰਹਿਣਗੀਆਂ, ਠੀਕ ਹੈ ਜੀ। ਬਣੇ ਰਹੋ ਆਪਣੇ ਚੈਨਲ 'ਤੇ। ਅਤੇ ਬਾਕੀ ਵੀ ਆਪਣੇ ਜਿਵੇਂ ਕਿ ਲੂਸ਼ੈਂਟ GK CDP ਦੀਆਂ ਆਪਣੀਆਂ ਵੀਡੀਓ ਆ ਰਹੀਆਂ ਨੇ PS ਟੈਟ ਦੇ ਨਾਲ ਰਿਲੇਟਡ, ਉਹ ਵੀ ਤੁਸੀਂ ਜ਼ਰੂਰ ਦੇਖਿਓ, ਮਿਸ ਨਾ ਕਰਿਓ, ਠੀਕ ਹੈ ਜੀ। ਜੇਕਰ ਵੀਡੀਓ ਚੰਗੀਆਂ ਲੱਗਦੀਆਂ ਇਹਨਾਂ ਨੂੰ ਲਾਈਕ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ, ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ, ਠੀਕ ਹੈ ਜੀ। ਅਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ, ਠੀਕ ਹੈ ਜੀ। ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।